ਸਤਿ ਸ਼੍ਰੀ ਅਕਾਲ ਜੀ। ਅਰਸ਼ ਅਤੇ ਪਲਵਿੰਦਰ ਦੇ ਵਿਆਹ ਨੂੰ ਅਜੇ 7 ਦਿਨ ਹੀ ਹੋਏ ਸਨ। ਅੱਜ ਐਤਵਾਰ ਸੀ ਅਤੇ ਅਰਸ਼ ਘਰ ਹੀ ਸੀ ਤੇ ਪਲਵਿੰਦਰ ਰਸੋਈ ਵਿੱਚ ਕੰਮ ਕਰ ਰਹੀ ਸੀ। ਅਰਸ਼ ਦੇ ਸਾਹਮਣੇ ਹੀ ਬੈੱਡ ਤੇ ਪਲਵਿੰਦਰ ਦਾ ਮੋਬਾਈਲ ਫੋਨ ਪਿਆ ਹੋਇਆ ਸੀ। ਅਰਸ਼ ਦੇ ਦਿਮਾਗ ਵਿੱਚ ਨਾ ਜਾਣੇ ਕੀ ਆਇਆ ਕਿ ਉਹ ਪਲਵਿੰਦਰ ਦਾ ਮੋਬਾਈਲ ਲੈ ਕੇ ਉਸ ਨੂੰ ਚੈੱਕ ਕਰਨ ਲੱਗਿਆ। WhatsApp ਤੇ ਪਲਵਿੰਦਰ ਦੀ ਕਈ ਲੜਕਿਆਂ ਨਾਲ ਦੋਸਤੀ ਅਤੇ ਚੈਟਿੰਗ ਪੜ੍ਹ ਕੇ ਅਰਸ਼ ਗੁੱਸੇ ਵਿੱਚ ਲਾਲ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਅੰਗਿਆਰੇ ਉਤਰਨ ਲੱਗੇ ਅਤੇ ਗੁੱਸੇ ਵਿੱਚ ਉਸ ਦੀਆਂ ਮੁੱਠੀਆਂ ਬੰਦ ਹੋ ਗਈਆਂ। ਕ੍ਰੋਧ ਨਾਲ ਉਸ ਦਾ ਪੂਰਾ ਸਰੀਰ ਕੰਬਣ ਲੱਗਿਆ। ਉਸ ਨੂੰ ਆਪਣੇ ਦਿਮਾਗ ਵਿੱਚ ਇਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਉਸ ਦੇ ਸਿਰ ਵਿੱਚ ਹਥੌੜਾ ਮਾਰਿਆ ਹੋਵੇ। ਜਦੋਂ ਕਿ ਸਾਰੀ ਚੈਟਿੰਗ ਨਾਰਮਲ ਸੀ, ਚੰਗੇ ਅਤੇ ਮਜ਼ਾਕੀਆ ਚੁਟਕਲੇ ਅਤੇ ਕੁਝ ਗੱਲਾਂ ਸਨ ਜੋ ਦੋਸਤਾਂ ਵਿੱਚ ਹੁੰਦੀਆਂ ਰਹਿੰਦੀਆਂ ਹਨ। ਹਾਂ, ਕੁਝ ਦੋਸਤਾਂ ਨੇ ਪਲਵਿੰਦਰ ਦੀ ਖੂਬਸੂਰਤੀ ਦੀ ਤਾਰੀਫ ਕੀਤੀ ਸੀ। ਬਸ ਇਸੇ ਗੱਲ ਤੇ ਹੀ ਅਰਸ਼ ਤਿਲ ਮਿਲਾ ਉੱਠਿਆ। ਪਲਵਿੰਦਰ, ਅਰਸ਼ ਉੱਚੀ ਆਵਾਜ਼ ਵਿੱਚ ਗੁੱਸੇ ਵਿੱਚ ਬੋਲਿਆ। ਕੀ ਹੋਇਆ ਜੀ? ਪਲਵਿੰਦਰ ਜਲਦੀ ਜਲਦੀ ਘਬਰਾਈ ਹੋਈ ਕਮਰੇ ਵਿੱਚ ਪਹੁੰਚੀ। ਉਦੋਂ ਤੱਕ ਉਸ ਦੀ ਸੱਸ, ਸਹੁਰਾ ਅਤੇ ਨਣਦ ਵੀ ਕਮਰੇ ਵਿੱਚ ਆ ਗਏ। ਅਰਸ਼ ਸਾਰਿਆਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਬੋਲਣ ਲੱਗਿਆ ਅਤੇ ਆਪਣੀ ਪਤਨੀ ਦਾ ਅਪਮਾਨ ਕਰਨਾ ਸ਼ੁਰੂ ਕੀਤਾ। ਮੰਮੀ, ਇਹ ਦੇਖੋ ਇਸ ਲੜਕੀ ਦੀ ਕਰਤੂਤ। ਇਸ ਕੁੜੀ ਦੀ ਕਈ ਲੜਕਿਆਂ ਨਾਲ ਦੋਸਤੀ ਹੈ। ਇਹ ਸਹੀ ਲੜਕੀ ਨਹੀਂ ਹੈ। ਮੰਮੀ, ਸੱਸ, ਸਹੁਰਾ ਅਤੇ ਨਨਾਣ ਵੀ ਪਲਵਿੰਦਰ ਵੱਲ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੇ। ਪਰ ਪਲਵਿੰਦਰ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਸ ਦੀ ਗਲਤੀ ਕੀ ਹੈ। ਉਹ ਚੁੱਪਚਾਪ ਖੜੀ ਦੇਖ ਰਹੀ ਸੀ ਜੋ ਅਰਸ਼ ਰਾਤ ਦਿਨ ਉਸ ਦੇ ਪਿਆਰ ਦਾ ਪਾਣੀ ਭਰਦਾ ਸੀ, ਉਸ ਦੀ ਖੂਬਸੂਰਤੀ ਦੇ ਕਸੀਦੇ ਪੜ੍ਹਦਾ ਸੀ, ਉਸ ਦੇ ਲਈ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕਰਦਾ ਸੀ। ਉਸ ਦੇ ਇਸ ਰੂਪ ਦੀ ਤਾਂ ਪਲਵਿੰਦਰ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਅਰਸ਼, ਮੈਂ ਤੁਹਾਡਾ WhatsApp ਦੇਖਿਆ ਹੈ। ਤੇਰੀ ਕਈ ਲੜਕੀਆਂ ਨਾਲ ਦੋਸਤੀ ਹੈ। ਤੇਰੀ ਭੈਣ ਦੇ ਵੀ ਕਈ ਲੜਕੇ ਦੋਸਤ ਹੋਣਗੇ, ਤਾਂ ਇਸ ਵਿੱਚ ਗਲਤ ਕੀ ਹੈ? ਸਹੁਰੇ ਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਪਰ ਪਲਵਿੰਦਰ ਨੇ ਬੋਲਦੇ ਹੀ ਸੱਸ ਗੁੱਸੇ ਵਿੱਚ ਬੋਲੀ, ਚੁੱਪ, ਜ਼ਬਾਨ ਲੜਾਉਂਦੀ ਹੈ, ਅਤੇ ਜ਼ੋਰਦਾਰ ਥੱਪੜ ਦੀ ਆਵਾਜ਼ ਆਈ। ਅਰਸ਼ ਨੇ ਪਲਵਿੰਦਰ ਦੀ ਗਲ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ। ਪਲਵਿੰਦਰ ਦੀ ਗਲ ਤੇ ਅਰਸ਼ ਦੀਆਂ ਉਂਗਲੀਆਂ ਦੇ ਲਾਲ ਲਾਲ ਨਿਸ਼ਾਨ ਛਪ ਗਏ। ਅੱਖਾਂ ਵਿੱਚ ਪਾਣੀ ਆ ਗਿਆ। ਜਲਦੀ ਹੀ ਉਸ ਨੇ ਖੁਦ ਨੂੰ ਸੰਭਾਲ ਲਿਆ ਅਤੇ ਅਗਲੇ ਹੀ ਪਲ ਇੱਕ ਹੋਰ ਥੱਪੜ ਦੀ ਆਵਾਜ਼ ਆਈ ਜੋ ਪਹਿਲਾਂ ਵਾਲੇ ਥੱਪੜ ਨਾਲੋਂ ਵੀ ਉੱਚੀ ਸੀ। ਸਾਰਿਆਂ ਦੇ ਸਾਹਮਣੇ ਪਲਵਿੰਦਰ ਨੇ ਅਰਸ਼ ਦੀ ਗਲ ਤੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ। ਅਜਿਹਾ ਥੱਪੜ ਕਿ ਅਰਸ਼ ਨੂੰ ਦਿਨੇ ਹੀ ਤਾਰੇ ਤੇ ਗ੍ਰਹਿਣ ਉਪਗ੍ਰਹਿ ਸਭ ਦਿਖਣ ਲੱਗੇ। ਮੈਨੂੰ ਐਵੇਂ ਹੀ ਕਮਜ਼ੋਰ ਲੜਕੀ ਸਮਝਣ ਦੀ ਕੋਸ਼ਿਸ਼ ਨਾ ਕਰਨਾ। ਮੈਂ ਪੜ੍ਹੀ ਲਿਖੀ ਤੇ ਆਪਣੇ ਹੱਕ ਤੇ ਅਧਿਕਾਰ ਜਾਣਨ ਵਾਲੀ ਲੜਕੀ ਹਾਂ। ਆਰਮੀ ਵਿੱਚ ਮੇਜਰ ਦੀ ਬੇਟੀ ਹਾਂ। ਮੇਰੀ ਮਾਤਾ ਪਿਤਾ ਨੇ ਮੈਨੂੰ ਚੰਗੇ ਸੰਸਕਾਰ ਦਿੱਤੇ ਹਨ। ਕਿਸੇ ਵੀ ਹਾਲਤ ਵਿੱਚ ਆਪਣੇ ਚਰਿੱਤਰ ਨੂੰ ਚਮਕਦਾ ਰੱਖਣਾ ਅਤੇ ਗਲਤ ਨੂੰ ਸਹਿਣ ਨਹੀਂ ਕਰਨਾ। ਬਸ ਇਹੋ 2 ਗੱਲਾਂ ਬਚਪਨ ਤੋਂ ਹੀ ਮੇਰੇ ਪਾਪਾ ਨੇ ਮੈਨੂੰ ਸਿਖਾਈਆਂ ਹਨ। ਪਤੀ ਉਦੋਂ ਤੱਕ ਹੀ ਪਰਮੇਸ਼ਰ ਹੁੰਦਾ ਹੈ ਜਦੋਂ ਤੱਕ ਉਹ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ, ਉਸ ਦਾ ਸਨਮਾਨ ਕਰਦਾ ਹੈ। ਪਰ ਜੋ ਪਤੀ ਆਪਣੀ ਪਤਨੀ ਦਾ ਸਨਮਾਨ ਨਹੀਂ ਕਰ ਸਕਦਾ, ਇੱਜ਼ਤ ਨਹੀਂ ਕਰ ਸਕਦਾ, ਉਹ ਪਤੀ ਕਹਿਲਾਉਣ ਦੇ ਲਾਇਕ ਨਹੀਂ ਹੈ। ਅਰਸ਼ ਦੇ ਇਸ ਹੈਰਾਨੀਜਨਕ ਵਿਵਹਾਰ ਤੋਂ ਪਲਵਿੰਦਰ ਦੰਗ ਰਹਿ ਗਈ ਸੀ। ਹਾਲਾਂਕਿ ਜੋ ਕੁਝ ਅਰਸ਼ ਨੇ ਕੀਤਾ ਉਹ ਸਹੀ ਨਹੀਂ ਸੀ, ਪਰ ਇਹ ਸਭ ਇੰਨਾ ਹੈਰਾਨ ਕਰਨ ਵਾਲਾ ਸੀ ਕਿ ਜਿਸ ਤਰ੍ਹਾਂ ਉਸ ਦੀ WhatsApp ਚੈਟ ਦੇਖ ਕੇ ਅਰਸ਼ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਆਪਣੇ ਪਤੀ ਹੋਣ ਦੇ ਅਧਿਕਾਰ ਅਤੇ ਮਰਦ ਹੋਣ ਦੇ ਦਮ ਤੇ ਉਸਨੇ ਪਲਵਿੰਦਰ ਨੂੰ ਇੱਕ ਥੱਪੜ ਜੜ ਦਿੱਤਾ ਸੀ। ਉਸੇ ਤਰ੍ਹਾਂ ਵਿਆਹ ਵਾਲੀ ਮਹਿੰਦੀ ਉਤਰਨ ਤੋਂ ਪਹਿਲਾਂ ਹੀ ਪਲਵਿੰਦਰ ਅਰਸ਼ ਦੇ ਇਸ ਵਿਵਹਾਰ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਅਤੇ ਜੂਡੋ ਕਰਾਟੇ ਵਿੱਚ ਐਕਸਪਰਟ ਪਲਵਿੰਦਰ ਦਾ ਹੱਥ ਆਪਣੇ ਪਤੀ ਤੇ ਉੱਠ ਗਿਆ ਸੀ। ਪੂਰਾ ਮਾਮਲਾ ਸਮਝਣ ਤੋਂ ਬਾਅਦ ਪਲਵਿੰਦਰ ਦਾ ਸਹੁਰਾ ਵੀ ਹੈਰਾਨ ਸੀ ਅਤੇ ਉਹ ਵੀ ਅਰਸ਼ ਨੂੰ ਝਿੜਕਦੇ ਹੋਏ ਬੋਲਿਆ, ਇਹ ਤੂੰ ਕੀ ਕੀਤਾ? ਅਸੀਂ ਤੈਨੂੰ ਅਜਿਹੇ ਸੰਸਕਾਰ ਨਹੀਂ ਦਿੱਤੇ। ਕੀ ਤੂੰ ਮੈਨੂੰ ਕਦੇ ਆਪਣੀ ਮੰਮੀ ਜਾਂ ਆਪਣੀ ਭੈਣ ਦੇ ਉੱਪਰ ਹੱਥ ਉਠਾਉਂਦੇ ਹੋਏ ਦੇਖਿਆ? ਫਿਰ ਇਹ ਸਭ ਨੂੰ ਤੂੰ ਕਿੱਥੋਂ ਸਿੱਖਿਆ? ਤੂੰ ਪੜ੍ਹ ਲਿਖ ਕੇ ਵੀ ਅਨਪੜ੍ਹ ਹੀ ਰਹਿ ਗਿਆ। ਜੋ ਆਦਮੀ ਆਪਣੀ ਪਤਨੀ ਦੀ ਇੱਜ਼ਤ ਨਹੀਂ ਕਰ ਸਕਦਾ, ਉਹ ਕਿਸੇ ਹੋਰ ਔਰਤ ਦੀ ਇੱਜ਼ਤ ਕੀ ਸਵਾਹ ਕਰੇਗਾ? ਇਸ ਤਰ੍ਹਾਂ ਦਾ ਤੇਰੇ ਤੋਂ ਇਲਾਵਾ ਇੱਥੇ ਹੈ ਹੀ ਕੌਣ? ਜੇਕਰ ਤੂੰ ਹੀ ਇਸ ਦੀ ਇੱਜ਼ਤ ਨਹੀਂ ਕਰੇਗਾ ਤਾਂ ਫਿਰ ਉਹ ਇੱਥੇ ਕਿਸ ਦੇ ਭਰੋਸੇ ਰਹੇਗੀ? ਕੰਨ ਖੋਲ ਕੇ ਸੁਣ ਲੈ, ਮੇਰੇ ਜਿਉਂਦੇ ਜੀ ਇਸ ਘਰ ਵਿੱਚ ਇਹ ਸਭ ਨਹੀਂ ਹੋਵੇਗਾ। ਮੇਰੇ ਮਰਨ ਤੋਂ ਬਾਅਦ ਜਿਵੇਂ ਤੁਹਾਡਾ ਜੀ ਚਾਵੇ ਕਰਨਾ। ਬਸ ਬਹੂ,
ਤੋਂ ਮਾਫੀ ਮੰਗ ਅਰਸ਼ ਨੂੰ ਕਿਹਾ ਸੀ। ਸੱਸ ਤੇ ਨਨਾਣ ਦੇ ਚਿਹਰੇ ਦੀਆਂ ਤਾਂ ਹਵਾਈਆਂ ਹੀ ਉੱਡ ਗਈਆਂ ਸਨ। ਨਵੀਂ ਬਹੂ ਤੋਂ ਅਜਿਹੇ ਵਿਹਾਰ ਦੇ ਉਮੀਦ ਕਿਸੇ ਨੂੰ ਵੀ ਨਹੀਂ ਸੀ। ਇਹ ਅਲੱਗ ਗੱਲ ਹੈ ਕਿ ਕਿਸੇ ਲੜਕੀ ਨੇ ਵੀ ਆਪਣੇ ਸਹੁਰਿਆਂ ਵਿੱਚ ਵਿਆਹ ਦੇ ਇੱਕ ਹਫ਼ਤੇ ਅੰਦਰ ਆਪਣੇ ਪਤੀ ਦੇ ਅਜਿਹੇ ਵਿਹਾਰ ਦੀ ਉਮੀਦ ਨਹੀਂ ਕੀਤੀ ਹੋਵੇਗੀ। ਉਹ ਪਤੀ ਜੋ ਸਹੁਰੇ ਘਰ ਵਿੱਚ ਉਸਦਾ ਇੱਕਮਾਤਰ ਸਹਾਰਾ ਹੁੰਦਾ ਹੈ, ਉਹ ਪਤੀ ਜਿਸ ਦੇ ਭਰੋਸੇ ਇੱਕ ਲੜਕੀ ਆਪਣਾ ਸਭ ਕੁਝ ਛੱਡ ਕੇ ਚਲੀ ਆਉਂਦੀ ਹੈ, ਜੇਕਰ ਉਹੀ ਪਤੀ ਉਸ ਨੂੰ ਸਮਝ ਨਾ ਸਕੇ, ਉਸਦੇ ਸਨਮਾਨ ਅਤੇ ਇੱਜ਼ਤ ਨਾ ਕਰ ਸਕੇ, ਉਸ ਨੂੰ ਸੁਰੱਖਿਅਤ ਨਾ ਰੱਖ ਸਕੇ, ਤਾਂ ਫਿਰ ਲੜਕੀ ਦੇ ਕੋਲ ਵੀ ਜ਼ਿਆਦਾ ਸੋਚਣ ਸਮਝਣ ਦੀ ਸ਼ਕਤੀ ਨਹੀਂ ਰਹਿ ਜਾਂਦੀ। ਪਲਵਿੰਦਰ ਕਿਸੇ ਜ਼ਖਮੀ ਸ਼ੇਰਨੀ ਦੀ ਤਰ੍ਹਾਂ ਚੀਕ ਰਹੀ ਸੀ। ਫਿਰ ਉਸਨੇ ਆਪਣੇ ਆਪ ਤੇ ਕੰਟਰੋਲ ਕਰਦੇ ਹੋਏ ਕਿਹਾ, ਕੰਨ ਖੋਲ ਕੇ ਸੁਣ ਲਓ ਸਾਰੇ। ਖਬਰਦਾਰ, ਜੇਕਰ ਅੱਜ ਤੋਂ ਬਾਅਦ ਦੁਬਾਰਾ ਕਿਸੇ ਨੇ ਅਜਿਹਾ ਕਰਨ ਦੀ ਗਲਤੀ ਕੀਤੀ, ਅੱਜ ਪਹਿਲੀ ਗਲਤੀ ਸੀ, ਇਸ ਲਈ ਛੱਡ ਰਹੀ ਹਾਂ। ਯਾਦ ਰੱਖਣਾ, ਇਸ ਤੋਂ ਬਾਅਦ ਕਿਸੇ ਨੇ ਵੀ ਮੈਨੂੰ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਖੁਦ ਹੀ ਉਸ ਦਾ ਇਲਾਜ ਕਰਾਂਗੀ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਮੈਂ ਕਰਾਟੇ ਵਿੱਚ ਐਕਸਪਰਟ ਹਾਂ। ਮੈਂ ਇਕੱਲੀ ਹੀ ਤੁਹਾਡੇ ਸਾਰਿਆਂ ਤੇ ਭਾਰੀ ਪਵਾਂਗੀ ਅਤੇ ਇਸ ਤੋਂ ਬਾਅਦ ਤੁਹਾਡੇ ਉੱਤੇ ਫਿਜ਼ੀਕਲ ਅਤੇ ਮੈਂਟਲ ਟੌਰਚਰ ਅਤੇ ਡੈਮੋਕ੍ਰੈਟਿਕ ਵਾਇਲੈਂਸ ਦਾ ਕੇਸ ਦਰਜ ਕਰਵਾ ਦੇਵਾਂਗੀ। ਫਿਰ ਉਸਨੇ ਆਪਣੀ ਸੱਸ ਨੂੰ ਕਿਹਾ, ਮੰਮੀ ਜੀ, ਤੁਸੀਂ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਤਾਂ ਬਣਾ ਦਿੱਤਾ। ਕਾਸ਼ ਇਹਨਾਂ ਨੂੰ ਲੜਕੀਆਂ ਨਾਲ ਗੱਲ ਕਰਨ ਦੀ ਤਮੀਜ਼ ਅਤੇ ਉਹਨਾਂ ਦੀ ਇੱਜ਼ਤ ਕਰਨਾ ਥੋੜਾ ਸਿਖਾ ਦਿੰਦੇ। ਸਾਰੇ ਅਜੇ ਵੀ ਹੈਰਾਨ ਸਨ। ਇਸ ਘਟਨਾ ਤੋਂ ਬਾਅਦ ਘਰ ਦਾ ਮਾਹੌਲ ਕੁਝ ਦਿਨਾਂ ਤੱਕ ਕਾਫੀ ਤਣਾਅਪੂਰਨ ਰਹਿਣ ਲੱਗਿਆ। ਕਹਿੰਦੇ ਹਨ ਕਿ ਘਰ ਕੰਧਾਂ ਦੇ ਵੀ ਕੰਨ ਹੁੰਦੇ ਹਨ। ਗੁਆਂਢ ਵਿੱਚ ਨਵੀਂ ਬਹੂ ਦੇ ਵਿਗੜੇ ਤੇਵਰ ਦੀ ਚਰਚਾ ਹੋਣ ਲੱਗੀ ਅਤੇ ਗੁਆਂਢੀਆਂ ਦੀ ਘੁਸਰ ਮੁਸਰ ਨੇ ਬਲਦੀ ਉੱਪਰ ਤੇਲ ਦਾ ਕੰਮ ਕੀਤਾ। ਇੱਕ ਦਿਨ ਪਹਿਲਾਂ ਤੱਕ ਜੋ ਇੱਕ ਆਦਰਸ਼ ਬਹੂ ਕਹਾਉਂਦੀ ਸੀ, ਹੁਣ ਸਾਰਿਆਂ ਦੀਆਂ ਨਜ਼ਰਾਂ ਵਿੱਚ ਉਹ ਇੱਕ ਬੁਰੀ ਬਹੂ ਬਣ ਚੁੱਕੀ ਸੀ। ਇਸ ਘਟਨਾ ਦੇ ਕੁਝ ਦਿਨ ਬਾਅਦ ਅਰਸ਼ ਆਪਣੇ ਕੰਮ ਦੇ ਸਿਲਸਿਲੇ ਵਿੱਚ 2 ਦਿਨਾਂ ਲਈ ਦੂਜੇ ਸ਼ਹਿਰ ਵਿੱਚ ਗਿਆ ਹੋਇਆ ਸੀ। ਉਸਦੇ ਪਿਤਾ ਜੀ ਵੀ ਪਿੰਡ ਵਿੱਚ ਕਿਸੇ ਰਿਸ਼ਤੇਦਾਰ ਦੀ ਬਿਮਾਰੀ ਦੀ ਖਬਰ ਸੁਣ ਕੇ ਪਿੰਡ ਗਏ ਹੋਏ ਸਨ। ਘਰ ਵਿੱਚ ਸਿਰਫ ਅਰਸ਼ ਦੀ ਮਾਂ, ਭੈਣ ਅਤੇ ਸਿਰਫ ਪਲਵਿੰਦਰ ਹੀ ਸਨ। ਅਰਸ਼ ਦੀ ਮੰਮੀ ਛੱਤ ਤੇ ਉੱਪਰ ਕੱਪੜੇ ਸੁਕਾਉਣ ਲਈ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਪੌੜੀਆਂ ਤੋਂ ਤਿਲਕ ਕੇ ਡਿੱਗ ਪਈ ਅਤੇ ਰਿੜਦੀ ਹੋਈ ਥੱਲੇ ਆ ਡਿੱਗੀ। ਉਹ ਜ਼ੋਰ ਦੀ ਆਵਾਜ਼ਾਂ ਮਾਰਦੀ ਹੋਈ ਅਤੇ ਦਰਦ ਨਾਲ ਕਰਲਾਉਂਦੀ ਹੋਈ ਬੇਹੋਸ਼ ਹੋ ਗਈ। ਉਸਦੇ ਸਿਰ ਵਿੱਚ ਸੱਟ ਲੱਗੀ ਅਤੇ ਬਹੁਤ ਸਾਰਾ ਖੂਨ ਵਹਿਣਾ ਸ਼ੁਰੂ ਹੋ ਗਿਆ ਅਤੇ ਪੈਰ ਵੀ ਮੁੜ ਗਿਆ ਤੇ ਉਸ ਵਿੱਚ ਫ੍ਰੈਕਚਰ ਹੋ ਗਿਆ। ਪਲਵਿੰਦਰ ਅਤੇ ਰਾਜ ਚੀਕਾਂ ਦੀ ਆਵਾਜ਼ ਸੁਣ ਕੇ ਜਲਦੀ ਦੌੜੀਆਂ ਆਈਆਂ। ਰਾਜ ਆਪਣੀ ਮਾਂ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਨਰਵਸ ਹੋ ਗਈ ਅਤੇ ਰੋਣ ਲੱਗੀ। ਪਲਵਿੰਦਰ ਨੇ ਸੰਜਮ ਰੱਖਦੇ ਹੋਏ ਸਭ ਤੋਂ ਪਹਿਲਾਂ ਇੱਕ ਸਾਫ਼ ਕੱਪੜੇ ਨਾਲ ਆਪਣੀ ਸੱਸ ਦੇ ਸਿਰ ਤੇ ਪੱਟੀ ਬੰਨੀ, ਜਿਸ ਨਾਲ ਖੂਨ ਨਿਕਲਣਾ ਥੋੜਾ ਘੱਟ ਹੋ ਗਿਆ। ਫਿਰ ਉਸਨੇ ਆਪਣੀ ਸੱਸ ਮਾਂ ਨੂੰ ਗੋਦੀ ਵਿੱਚ ਉਠਾਇਆ ਅਤੇ ਆਪਣੀ ਨਣਦ ਰਾਜ ਦੀ ਮਦਦ ਨਾਲ ਕਾਰ ਦੀ ਪਿਛਲੀ ਸੀਟ ਤੇ ਲਿਟਾ ਦਿੱਤਾ ਅਤੇ ਖੁਦ ਕਾਰ ਚਲਾ ਕੇ ਰਾਜ ਦੇ ਨਾਲ ਆਪਣੀ ਸੱਸ ਨੂੰ ਲੈ ਕੇ ਸਿੱਧਾ ਹਸਪਤਾਲ ਵਿੱਚ ਪਹੁੰਚ ਗਈ। ਹਸਪਤਾਲ ਵਿੱਚ ਤੁਰੰਤ ਐਮਰਜੈਂਸੀ ਦੇ ਸਾਰੇ ਕਾਗਜ਼ ਤਿਆਰ ਕਰਕੇ ਆਪਣੀ ਸੱਸ ਨੂੰ ICU ਵਿੱਚ ਦਾਖਲ ਕਰਵਾਇਆ ਅਤੇ ਤੁਰੰਤ ਮਾਂ ਦੇ ਲਈ ਆਪਣਾ ਬਲੱਡ ਡੋਨੇਟ ਕੀਤਾ। ਸੱਟਾਂ ਕਾਫੀ ਡੂੰਘੀਆਂ ਅਤੇ ਗੰਭੀਰ ਲੱਗੀਆਂ ਸਨ ਅਤੇ ਪਲਵਿੰਦਰ ਇਕੱਲੀ ਬਹੂ ਦੀ ਤਰ੍ਹਾਂ ਨਹੀਂ ਬਲਕਿ ਬੇਟੇ ਦੀ ਤਰ੍ਹਾਂ ਖਾਣਾ ਪੀਣਾ ਸੌਣਾ ਭੁੱਲ ਕੇ ਸਾਰੇ ਕੰਮ ਕਰ ਰਹੀ ਸੀ। ਆਪਣੀ ਨਨਾਣ ਰਾਜ ਨੂੰ ਮਾਂ ਕੋਲ ਬਿਠਾ ਕੇ ਕਦੇ ਉਹ ਡਾਕਟਰ ਨਾਲ ਗੱਲ ਕਰਦੀ ਤੇ ਕਦੇ ਦਵਾਈਆਂ ਲੈ ਕੇ ਆਉਂਦੀ, ਕਦੇ ਰਿਪੋਰਟ ਪੜ੍ਹਦੀ। ਅਰਸ਼ਾ ਤੇ ਉਸਦੇ ਪਾਪਾ ਨੂੰ ਵੀ ਖਬਰ ਕਰ ਦਿੱਤੀ ਗਈ। ਫਿਰ ਵੀ ਉਹਨਾਂ ਨੇ ਆਉਣ ਵਿੱਚ 9-10 ਘੰਟਿਆਂ ਦਾ ਸਮਾਂ ਲਗਾ ਦਿੱਤਾ। ਇਹਨਾਂ 9 ਘੰਟਿਆਂ ਵਿੱਚ ਅਜਿਹਾ ਲੱਗ ਰਿਹਾ ਸੀ ਜਿਵੇਂ ਪਲਵਿੰਦਰ ਖੁਦ ਜਮਰਾਜ ਨਾਲ ਟੱਕਰ ਲੈਣ ਨੂੰ ਤਿਆਰ ਸੀ। ਅਗਲੀ ਸਵੇਰ ਜਦੋਂ ਮਾਂ ਨੇ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਉਹਨਾਂ ਦੇ ਪੈਰਾਂ ਤੇ ਪਲਸਤਰ ਚੜਿਆ ਹੋਇਆ ਹੈ, ਸਿਰ ਤੇ ਵੀ ਪੱਟੀ ਬੰਨੀ ਹੋਈ ਹੈ। ਸਾਹਮਣੇ ਅਰਸ਼ ਨੇ ਪਲਵਿੰਦਰ ਨੂੰ ਗਲੇ ਨਾਲ ਲਗਾਇਆ ਹੋਇਆ ਹੈ। ਰਾਜ ਅਤੇ ਉਸਦੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਹਨ। ਉਧਰ ਡਾਕਟਰ ਕਹਿ ਰਿਹਾ ਸੀ, ਧੰਨਵਾਦ ਮੇਰਾ ਨਹੀਂ ਬਲਕਿ ਇਹਨਾਂ ਦਾ ਕਰੋ ਜਿਨ੍ਹਾਂ ਨੇ ਟਾਈਮ ਰਹਿੰਦੇ ਇਹਨਾਂ ਨੂੰ ਹਸਪਤਾਲ ਲੈਣ ਦਾ, ਨਹੀਂ ਤਾਂ ਅਸੀਂ ਵੀ ਕੁਝ ਨਹੀਂ ਕਰ ਸਕਦੇ ਸੀ। ਸੱਟ ਬਹੁਤ ਡੂੰਘੀ ਸੀ, ਜੇਕਰ ਥੋੜੀ ਜਿਹੀ ਵੀ ਦੇਰ ਹੋ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ। ਕੱਲ ਤੱਕ ਜਿਨ੍ਹਾਂ ਅੱਖਾਂ ਵਿੱਚ ਪਲਵਿੰਦਰ ਲਈ ਨਫ਼ਰਤ ਸੀ, ਅੱਜ ਉਹਨਾਂ ਅੱਖਾਂ ਵਿੱਚ ਸ਼ੁਕਰਾਨੇ ਦੀ ਭਾਵਨਾ ਸੀ ਅਤੇ ਸਾਰਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਦੋਸਤੋ, ਇਹ ਸਾਡੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਸਿੱਖਿਆ ਦੇਣ ਵਾਲੀ ਕਹਾਣੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਦੋਸਤੋ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ।
ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।